प्यारे विद्यार्थियों नमस्कार। आप सब ਦਾ ਇਸ ਆਨਲਾਈਨ ਕਲਾਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਜਮਾਤ 8ਵੀਂ ਪਾਠ 2 ਤੇ ਕੁਦਰਤੀ ਸਾਧਨ। ਪਿਆਰੇ ਬੱਚਿਓ, ਇਸ ਲੈਸਨ ਦੇ ਸੰਬੰਧੀ ਅਸੀਂ ਅੱਜ ਜਾਣਕਾਰੀ ਪ੍ਰਾਪਤ ਕਰਾਂਗੇ। ਜਿਵੇਂ ਕਿ ਇਸ ਪਾਠ ਦੇ ਨਾਮ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਕੁਦਰਤੀ ਸਾਧਨ ਅਨੇਕ ਤਰ੍ਹਾਂ ਦੇ ਹੋ ਸਕਦੇ ਹਨ। ਪਹਿਲਾਂ ਤਾਂ ਆਪਾਂ ਇਹ ਦੇਖੀਏ ਕਿ ਸਾਧਨ ਕੀ ਹੈ। ਸਾਧਨ ਉਹ ਚੀਜ਼ ਹੈ ਜੋ ਕਿ ਮਨੁੱਖ ਆਪਣੀ ਲੋੜਾਂ ਦੀ ਪੂਰਤੀ ਵਾਸਤੇ ਵਰਤਦਾ ਹੈ ਔਰ ਕੋਈ ਵੀ ਚੀਜ਼ ਜਿਸ ਦੀ ਆਪਾਂ ਵਰਤੋਂ ਕਰਦੇ ਹਾਂ ਉਹ ਸਾਧਨ ਹੈ। ਜਿਸ ਤਰ੍ਹਾਂ ਵਿਦਿਆਰਥੀਓ ਤੁਸੀਂ ਦੇਖਿਆ ਕਿ ਸਕੂਲ ਆਉਂਦੇ ਹੋ, ਸਕੂਲ ਆਉਣ ਦੇ ਵਾਸਤੇ ਤੁਸੀਂ ਕਿਤਾਬਾਂ ਔਰ ਕਾਪੀਆਂ ਲੈ ਕੇ ਆਉਂਦੇ ਹੋ ਔਰ ਕਾਪੀਆਂ ਕਿਤਾਬਾਂ ਅਸੀਂ ਹੱਥ 'ਚ ਪਕੜ ਕੇ ਨਹੀਂ ਲਿਆਉਂਦੇ, ਉਹਨੂੰ ਅਸੀਂ ਬਸਤੇ ਦੇ ਵਿੱਚ ਪਾ ਕੇ ਲਿਆਉਂਦੇ ਹਾਂ। ਔਰ ਕਾਪੀਆਂ ਕਿਤਾਬਾਂ ਨੂੰ ਸਾਂਭਣ ਵਾਸਤੇ ਜਿਹੜੀ ਚੀਜ਼ ਦੀ ਲੋੜ ਪੈਂਦੀ ਹੈ ਉਹ ਹੈ ਬਸਤਾ ਜਾਂ ਥੈਲਾ। ਤੋ ਇਹ ਬਸਤਾ ਜਾਂ ਥੈਲਾ ਜੋ ਹੈ ਬੱਚਿਓ ਸਾਡਾ ਸਾਧਨ ਹੈ। ਇਸੇ ਤਰ੍ਹਾਂ ਸਕੂਲ ਦੇ ਵਿੱਚ ਬੈਠਣ ਲਈ ਤੁਹਾਨੂੰ ਜਾਂ ਟਾਟ ਜਾਂ ਦਰੀ ਜਾਂ ਹੋਰ ਕੋਈ ਚੀਜ਼ ਲੋੜੀਂਦੀ ਹੈ ਤਾਂ ਇਹ ਟਾਟ ਦਰੀ ਜਾਂ ਬੈਂਚ ਜੋ ਹੈ ਇਹ ਵੀ ਇੱਕ ਸਾਧਨ ਹੈ। ਪਰ ਬੱਚਿਓ, ਆਪਾਂ ਇਸ ਲੈਸਨ ਦੇ ਵਿੱਚ ਪੜ੍ਹ ਰਹੇ ਹਾਂ ਕੁਦਰਤੀ ਸਾਧਨ। ਤੋ ਇਹਦਾ ਮਤਲਬ ਹੈ ਕਿ ਕੁਦਰਤੀ ਸਾਧਨ ਕੁਝ ਅਲੱਗ ਚੀਜ਼ ਹੈ। ਆਓ ਦੇਖੀਏ ਕਿ ਕੁਦਰਤੀ ਸਾਧਨ ਤੇ ਹੋਰ ਦੂਸਰੇ ਸਾਧਨਾਂ ਦੇ ਵਿੱਚ ਕੀ ਅੰਤਰ ਹੁੰਦਾ ਹੈ। ਕੁਦਰਤੀ ਸਾਧਨ ਤਾਂ ਉਹ ਸਾਧਨ ਨੇ ਜਿਹੜੇ ਕਿ ਕੁਦਰਤ ਵੱਲੋਂ ਸਾਨੂੰ ਮਿਲੇ ਨੇ, ਜਿਨ੍ਹਾਂ ਦਾ ਨਿਰਮਾਣ ਮਨੁੱਖ ਦੁਆਰਾ ਨਹੀਂ ਕੀਤਾ ਜਾਂਦਾ। ਤੋ ਅਸੀਂ ਦੇਖੀਏ ਕਿ ਇਹ ਕਿਹੜੇ ਕਿਹੜੇ ਹਨ। ਕੁਦਰਤੀ ਸਾਧਨ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਉਹ ਸਾਧਨ ਨੇ ਜਿਹੜੇ ਮਨੁੱਖ ਨੂੰ ਪ੍ਰਦਾਨ ਕੁਦਰਤ ਨੇ ਕੀਤੇ ਨੇ, ਜਿਵੇਂ ਭੂਮੀ, ਪਾਣੀ, ਮਿੱਟੀ, ਹਵਾ, ਬਨਸਪਤੀ ਤੇ ਖਣਿਜ ਪਦਾਰਥ ਆਦਿ। ਪਿਆਰੇ ਬੱਚਿਓ, ਇਹ ਸਾਧਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਅਖਵਾਉਂਦੇ ਨੇ। ਕੁਦਰਤੀ ਸਾਧਨਾਂ ਨੂੰ ਅੱਗੇ ਦਿੱਤੇ ਅਸੀਂ ਸਿਰਲੇਖ ਦੇ ਵਿੱਚ ਅਲੱਗ-ਅਲੱਗ ਭਾਗਾਂ ਵਿੱਚ ਵੰਡ ਸਕਦੇ ਹਾਂ। ਇਹ ਸਭ ਤੋਂ ਪਹਿਲਾ ਹੈ ਭੂਮੀ ਸਾਧਨ, ਦੂਸਰੇ ਨੰਬਰ 'ਤੇ ਮਿੱਟੀ ਸਾਧਨ, ਪਾਣੀ ਦਾ ਸਾਧਨ, ਕੁਦਰਤੀ ਬਨਸਪਤੀ, ਜੰਗਲੀ ਜੀਵ, ਖਣਿਜ ਅਤੇ ਸ਼ਕਤੀ ਸਾਧਨ। ਪਿਆਰੇ ਬੱਚਿਓ, ਇਹਨਾਂ ਦਾ ਅਸੀਂ ਵਿਸਥਾਰ ਦੇ ਨਾਲ ਹੁਣ ਚਰਚਾ ਕਰਾਂਗੇ। ਸਭ ਤੋਂ ਪਹਿਲਾ ਹੈ ਭੂਮੀ ਦਾ ਸਾਧਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭੂਮੀ, ਧਰਤੀ ਜਾਂ ਗਲੋਬ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਸਾਧਨ ਹੈ। ਤੋ ਪਿਆਰੇ ਵਿਦਿਆਰਥੀਓ, ਸਾਡੀ ਧਰਤੀ ਜੋ ਹੈ ਇਹਦੇ ਉੱਪਰ ਲਗਭਗ 29% ਜੋ ਹੈ ਇਹ ਭੂਮੀ ਹੈ, ਯਾਨੀ ਕਿ ਥਲ ਭਾਗ ਹੈ, ਅਤੇ 71% ਹਿੱਸਾ ਜੋ ਹੈ ਇਹ ਪਾਣੀ ਦਾ ਹੈ। ਜਦੋਂ ਤੁਸੀਂ ਸੰਸਾਰ ਦਾ ਨਕਸ਼ਾ ਦੇਖਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਸੰਸਾਰ ਦੇ ਨਕਸ਼ੇ ਦੇ ਉੱਪਰ ਵੀ ਜ਼ਿਆਦਾਤਰ ਸਾਨੂੰ ਨੀਲਾ ਨੀਲਾ ਹੀ ਦਿਖਾਈ ਦਿੰਦਾ ਹੈ। ਜੋ ਨੀਲਾ ਦਿਖਾਈ ਦਿੰਦਾ ਹੈ ਇਹਦਾ ਮਤਲਬ ਉਹ 71% ਨੀਲਾ ਹੈ, ਅਤੇ ਜੋ ਸਾਨੂੰ ਥਲ ਭਾਗ ਨਜ਼ਰ ਆਉਂਦਾ, ਥੋੜ੍ਹਾ ਨਜ਼ਰ ਆਉਂਦਾ, ਉਹ 29% ਹੈ। ਤੋ ਜੋ ਨੀਲਾ ਨਜ਼ਰ ਆਉਂਦਾ ਹੈ ਬੱਚਿਓ, ਵਰਲਡ ਦੇ ਨਕਸ਼ੇ ਦੇ ਵਿੱਚ ਉਹ ਸਾਰੇ ਦਾ ਸਾਰਾ ਪਾਣੀ ਹੁੰਦਾ ਹੈ। ਤੋ
ਇਸ ਦੋਨਾਂ ਚੀਜ਼ਾਂ ਦੀ ਵਰਤੋਂ ਮਨੁੱਖ ਜਿਹੜਾ ਉਹ ਕਰਦਾ ਹੈ। ਔਰ ਨਾ ਤਾਂ ਪਾਣੀ ਮਨੁੱਖ ਨੇ ਬਣਾਇਆ ਹੈ ਤੇ ਨਾ ਹੀ ਧਰਤੀ ਨੂੰ ਮਨੁੱਖ ਨੇ ਬਣਾਇਆ ਹੈ। ਇਹ ਦੋਨੋਂ ਚੀਜ਼ਾਂ ਕੁਦਰਤੀ ਸਾਧਨ ਹਨ ਔਰ ਮਨੁੱਖ ਆਪਣੀਆਂ ਲੋੜਾਂ ਵਾਸਤੇ ਇਸ ਨੂੰ ਵਰਤਦਾ ਹੈ। ਜਿਵੇਂ ਆਪਾਂ ਜਾਣਦੇ ਹਾਂ ਕਿ ਭੂਮੀ ਜਾਂ ਧਰਤੀ, ਇਹਦੇ ਉੱਪਰ ਅਸੀਂ ਰਹਿਣਾ ਹੁੰਦਾ ਹੈ, ਤਾਂ ਅਸੀਂ ਆਪਣੀ ਰਿਹਾਇਸ਼ ਵਾਸਤੇ ਇਹਦੇ ਉੱਪਰ ਘਰ ਬਣਾਉਂਦੇ ਹਾਂ। ਤੋ ਭੂਮੀ ਜੋ ਹੈ ਜਾਂ ਧਰਤੀ ਜੋ ਹੈ, ਇਹ ਸਾਰੀ ਦੀ ਸਾਰੀ ਧਰਤੀ ਦਾ ਜੋ ਫੇਸ ਹੈ, ਜੋ ਧਰਾਤਲ ਹੈ ਪਿਆਰੇ ਬੱਚਿਓ, ਇਹ ਵੀ ਹਰ ਥਾਂ 'ਤੇ ਇੱਕੋ ਜਿਹਾ ਨਹੀਂ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਅਰੁਣਾਚਲ ਪ੍ਰਦੇਸ਼, ਇਹਨਾਂ ਖੇਤਰਾਂ ਵਿੱਚ ਚਲੇ ਜਾਈਏ ਤਾਂ ਉੱਥੇ ਸਾਨੂੰ ਉੱਚੇ ਉੱਚੇ ਪਹਾੜ ਮਿਲਦੇ ਨੇ। ਪਰ ਅਸੀਂ ਕਿਉਂਕਿ ਪੰਜਾਬ ਦੇ ਵਿੱਚ ਰਹਿੰਦੇ ਹਾਂ, ਤਾਂ ਪੰਜਾਬ ਦੇ ਵਿੱਚ ਸੜਕਾਂ ਬਿਲਕੁਲ ਪੱਧਰੀਆਂ, ਖੇਤ ਪੱਧਰੇ, ਔਰ ਦੂਰ ਦੂਰ ਤੱਕ ਅਸੀਂ ਜਿਹੜਾ ਹੈ ਬੜੇ ਆਰਾਮ ਦੇ ਨਾਲ ਦੂਰੋਂ ਕੋਈ ਚੀਜ਼ ਆਉਂਦੀ ਨੂੰ ਦੇਖ ਸਕਦੇ ਹਾਂ, ਯਾਨੀ ਕਿ ਅਸੀਂ ਮੈਦਾਨਾਂ ਦੇ ਵਿੱਚ ਰਹਿੰਦੇ ਹਾਂ। ਤੋ ਇਹਦਾ ਮਤਲਬ ਹੈ ਕਿ ਧਰਤੀ ਜੋ ਹੈ, ਇਹਦਾ ਉੱਪਰਲਾ ਹਿੱਸਾ ਯਾਨੀ ਕਿ ਥਲ ਭਾਗ, ਇਹ ਪਹਾੜ, ਮੈਦਾਨ ਔਰ ਤੀਸਰਾ ਇੱਕ ਹੋਰ ਆਉਂਦਾ ਹੈ ਪਠਾਰ, ਇਹਨਾਂ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ। ਤੋ ਪਿਆਰੇ ਬੱਚਿਓ, ਭਾਰਤ ਦੇਸ਼ ਦੀ ਗਿਣਤੀ ਵੀ ਉਹਨਾਂ ਵੱਡੇ ਦੇਸ਼ਾਂ ਦੇ ਵਿੱਚ ਹੁੰਦੀ ਹੈ। ਇਸ ਲਈ ਭਾਰਤ ਲਈ ਭੂਮੀ ਸਾਧਨ ਬੜਾ ਮਹੱਤਵਪੂਰਨ ਹੈ, ਕਿਉਂਕਿ ਇਸ ਧਰਤੀ ਦੇ ਹੇਠਾਂ ਤੋਂ ਬਹੁਤ ਸਾਰੇ ਸਾਨੂੰ ਖਣਿਜ ਪਦਾਰਥ ਵੀ ਮਿਲਦੇ ਹਨ। ਸਾਡੇ ਭਾਰਤ ਦਾ ਜਿਹੜਾ ਖੇਤਰਫਲ ਹੈ, ਉਹ ਆਪਾਂ ਆਸਾਨੀ ਦੇ ਨਾਲ ਯਾਦ ਰੱਖਣ ਦੇ ਵਾਸਤੇ ਬੱਚਿਓ ਤੁਸੀਂ ਕੀ ਕਰਨਾ ਹੈ, 3 ਲਿਖਣਾ ਹੈ। ਪਹਿਲਾਂ 3 ਲਿਖਣ ਤੋਂ ਬਾਅਦ ਅੱਗੇ ਲਿਖਣਾ ਹੈ 287, ਔਰ 287 ਲਿਖਣ ਤੋਂ ਬਾਅਦ ਉਸੇ ਨੂੰ ਅਸੀਂ ਉਲਟਾ ਕਰ ਦੇਣਾ ਹੈ, ਯਾਨੀ ਕਿ 287 ਦਾ ਉਲਟਾ ਬਣੇਗਾ 782। ਤਾਂ ਇਹ ਬਣ ਗਿਆ 32,87,782 ਵਰਗ ਕਿਲੋਮੀਟਰ। तो प्यारे विद्यार्थियों, ये खेत्रफल है भारत का, जो कि 32,87,782 वर्ग किलोमीटर का है। और इसनों याद किद्दां रखना है, पहला 3 लिखना है, उस तो बाद तुसीं लिखना 287, और बाद विच उसे 287 नूं उल्टा करके लिख देना है, तो ये भारत का खेत्रफल बन जाएगा। तो प्यारे बच्चों, भारत का लगभग 30% हिस्सा जो है ये पहाड़ी खेतर है। यानी कि जिस तरह ਆਪਾਂ ਹੁਣੇ ਗੱਲ ਕੀਤੀ कि पहाड़ ਉੱਚੇ ਉੱਚੇ ਹਨ जम्मू कश्मीर ਦੇ ਵਿੱਚ, ਇਸੇ ਤਰ੍ਹਾਂ ਹਿਮਾਚਲ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਔਰ ਇਹ ਪਹਾੜ ਜੋ ਹਨ, ਇਹ ਸਾਰੇ ਭਾਰਤ ਦੇ ਵਿੱਚ ਜਿੰਨੇ ਵੀ ਪਹਾੜ ਪਾਏ ਜਾਂਦੇ ਹਨ, ਉਹਨਾਂ ਸਾਰਿਆਂ ਨੂੰ ਮਿਲਾ ਕੇ 30% ਹਿੱਸਾ ਜੋ ਹੈ ਇਹ ਬਣਦਾ ਹੈ ਪਹਾੜੀ ਇਲਾਕੇ ਦਾ। ਜਦ ਕਿ ਦੂਸਰਾ ਹਿੱਸਾ ਜਿਹੜਾ ਸਾਊਥ ਦੇ ਵਿੱਚ, ਜਿਹਨੂੰ ਅਸੀਂ ਗੋਂਡਵਾਨਾ ਲੈਂਡ ਵੀ ਆਖਦੇ ਹਾਂ, ਉਹ ਹੈ 27%। ਉਹ ਹੈ ਪਠਾਰ ਭਾਗ। ਪਠਾਰ ਯਾਨੀ ਕਿ ਨਾ ਤਾਂ ਉਹ ਮੈਦਾਨ ਨੇ ਤੇ ਨਾ ਉਹ ਪਹਾੜ ਨੇ, ਉਹ ਪਠਾਰ ਦਾ ਇਲਾਕਾ ਹੈ। ਤਾਂ ਬਾਕੀ ਬਚਿਆ ਹਿੱਸਾ ਜੋ ਕਿ ਮੈਦਾਨ ਦਾ ਹੈ, ਉਹ ਹੈ 43%, ਜਿਹਦੇ ਵਿੱਚ ਅਸੀਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਔਰ ਬਿਹਾਰ ਦੇ ਇਹ ਸਾਰੇ ਇਲਾਕੇ ਅਸੀਂ ਨਕਸ਼ੇ ਵਿੱਚ ਤੁਸੀਂ ਦੇਖੇ ਹੋਣਗੇ। ਤੋ ਮੈਦਾਨੀ ਭੂਮੀ ਜੋ ਹੈ ਬੱਚਿਓ, ਇਹ ਖੇਤੀਬਾੜੀ ਅਤੇ ਬਨਸਪਤੀ ਦੇ ਪੱਖੋਂ ਬਹੁਤ ਕੀਮਤੀ ਮੰਨੀ ਜਾਂਦੀ ਹੈ, ਕਿਉਂਕਿ ਜਿੰਨੀ ਵੀ ਅਸੀਂ ਖੇਤੀਬਾੜੀ ਕਰਦੇ ਹਾਂ, ਫਸਲਾਂ ਉਗਾਉਂਦੇ ਹਾਂ, ਸਾਰੀ ਧਰਤੀ 'ਤੇ ਉਗਾਉਣੀਆਂ ਨੇ, ਔਰ ਜਿੰਨੀ ਵੀ ਬਨਸਪਤੀ ਹੁੰਦੀ ਹੈ ਉਹ ਵੀ ਧਰਤੀ ਦੇ ਉੱਪਰ ਹੀ ਹੁੰਦੀ ਹੈ। ਤਾਂ ਪਿਆਰੇ ਬੱਚਿਓ, ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਧਰਤੀ ਜਾਂ ਭੂਮੀ ਜੋ ਹੈ ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ, ਔਰ ਇਹ ਸਾਧਨ ਜਿਹੜਾ ਹੈ
ਇਹ ਮਨੁੱਖ ਨੇ ਆਪ ਨਹੀਂ ਬਣਾਇਆ, ਇਹ ਕੁਦਰਤ ਵੱਲੋਂ ਮਿਲਿਆ ਹੈ। ਇਸ ਕਰਕੇ ਇਸ ਨੂੰ ਕੁਦਰਤੀ ਸਾਧਨ ਆਖਦੇ ਹਾਂ, ਜੋ ਸਾਡੀ ਧਰਤੀ ਹੈ। ਹੁਣ ਅੱਗੇ ਆਪਾਂ ਅਗਲਾ ਪੁਆਇੰਟ ਦੇਖੀਏ ਕਿ ਮੈਦਾਨੀ ਖੇਤਰ ਵਿੱਚ ਮਨੁੱਖ ਦੀਆਂ ਹੋਰ ਲੋੜਾਂ ਦੀ ਪੂਰਤੀ ਵੀ ਆਸਾਨੀ ਨਾਲ ਹੋ ਜਾਂਦੀ ਹੈ। ਮੈਦਾਨੀ ਖੇਤਰ ਵਿੱਚ ਬੱਚਿਓ, ਇਸ ਲਈ ਮੈਦਾਨੀ ਖੇਤਰ ਦੇ ਵਿੱਚ ਵਸੋਂ ਵੀ ਸੰਘਣੀ ਹੁੰਦੀ ਹੈ। ਹੁਣ ਦੇਖੋ, ਮੈਦਾਨੀ ਇਲਾਕੇ ਦੇ ਵਿੱਚ ਫੈਕਟਰੀਆਂ ਲੱਗ ਸਕਦੀਆਂ ਹਨ, ਸੜਕਾਂ ਬੜੀਆਂ ਆਰਾਮ ਦੇ ਨਾਲ ਬਣ ਸਕਦੀਆਂ ਹਨ, ਰੇਲਵੇ ਲਾਈਨਾਂ ਵਿਛਾਈਆਂ ਜਾ ਸਕਦੀਆਂ ਹਨ, ਨਹਿਰਾਂ ਕੱਢੀਆਂ ਜਾ ਸਕਦੀਆਂ ਹਨ, ਔਰ ਬਹੁਤ ਵੱਡੇ ਵੱਡੇ ਖੇਤ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਆਸਾਨੀ ਦੇ ਨਾਲ ਕੰਮ ਕੀਤਾ ਜਾ ਸਕਦਾ ਹੈ। ਟਰੈਕਟਰ ਦੇ ਨਾਲ, ਥ੍ਰੈਸ਼ਰ ਦੇ ਨਾਲ ਹੋਰ ਕਿੰਨੇ ਕੰਮ ਕੀਤੇ ਜਾਂਦੇ ਨੇ। ਲੇਕਿਨ ਬੱਚਿਓ, ਤੁਸੀਂ ਦੇਖਿਆ ਹੈ ਕਿ ਪਹਾੜਾਂ ਦੇ ਵਿੱਚ ਇਹ ਕੰਮ ਜਿਹੜੇ ਨੇ ਕਰਨੇ ਬਹੁਤ ਜ਼ਿਆਦਾ ਔਖੇ। ਤੋ ਇਸ ਕਰਕੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਮੈਦਾਨੀ ਖੇਤਰ ਵਿੱਚ ਰਹਿਣਾ ਪਸੰਦ ਕਰਨਗੇ। ਤਾਂ ਉਹ ਇਸ ਕਰਕੇ ਕਿਉਂਕਿ ਉੱਥੇ ਸਾਧਨ ਜ਼ਿਆਦਾ ਨੇ। ਕਿਉਂਕਿ ਆਦਮੀ ਨੂੰ ਰਹਿਣ ਦੇ ਵਾਸਤੇ ਰੋਜ਼ੀ ਰੋਟੀ ਉਹਨੇ ਪਕਾਉਣੀ ਹੈ, ਉਹਦਾ ਇੰਤਜ਼ਾਮ ਕਰਨਾ ਹੈ, ਤਾਂ ਉਹਦੇ ਵਾਸਤੇ ਉਹਨੂੰ ਪੈਸੇ ਦੀ ਲੋੜ ਹੈ, ਔਰ ਪੈਸੇ ਦੀ ਪੂਰਤੀ ਵਾਸਤੇ ਉਹਨੂੰ ਕੰਮ ਚਾਹੀਦਾ ਹੈ। ਔਰ ਕੰਮ ਜਿਹੜੇ ਨੇ ਉਹ ਉਦਯੋਗਾਂ ਤੋਂ ਮਿਲਦੇ ਨੇ, ਔਰ ਉਦਯੋਗ ਜਿਹੜੇ ਨੇ ਜ਼ਿਆਦਾਤਰ ਮੈਦਾਨੀ ਖੇਤਰਾਂ ਦੇ ਵਿੱਚ ਲਗਾਏ ਜਾਂਦੇ ਨੇ, ਔਰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਮੈਦਾਨੀ ਖੇਤਰਾਂ ਦੇ ਵਿੱਚ ਮਿਲ ਜਾਂਦੀ ਹੈ। ਤੋ ਇਸ ਕਰਕੇ ਮੈਦਾਨੀ ਖੇਤਰ ਦੇ ਵਿੱਚ ਪਿਆਰੇ ਬੱਚਿਓ ਆਬਾਦੀ ਬਹੁਤ ਹੀ ਸੰਘਣੀ ਹੁੰਦੀ ਹੈ। ਪਿਆਰੇ ਬੱਚਿਓ, ਥੱਲੇ ਤੁਸੀਂ ਦੇਖ ਰਹੇ ਹੋ ਭੂਮੀ ਦੀ ਵਰਤੋਂ ਨੂੰ ਦਰਸਾਉਂਦੀ ਹੋਈ ਇੱਕ ਜੋ ਡਾਇਗਰਾਮ ਹੈ। ਇਹਦੇ ਵਿੱਚ 3 ਹਿੱਸੇ ਬਣਾਏ ਹੋਏ ਹਨ। ਪਹਿਲਾ ਹੈ ਖੇਤੀਬਾੜੀ, ਕਿ ਭੂਮੀ ਦੀ ਵਰਤੋਂ ਅਸੀਂ ਖੇਤੀਬਾੜੀ ਵਾਸਤੇ ਕਰਦੇ ਹਾਂ। ਦੂਸਰਾ ਪੁਆਇੰਟ ਹੈ ਕਿ ਅਸੀਂ ਫੈਕਟਰੀਆਂ ਇੱਥੇ ਲਗਾਉਂਦੇ ਹਾਂ, ਔਰ ਰਿਹਾਇਸ਼ੀ ਬਸਤੀਆਂ ਯਾਨੀ ਕਿ ਅਸੀਂ ਧਰਤੀ ਦੇ ਉੱਤੇ ਰਹਿਣ ਵਾਸਤੇ ਆਪਣੇ ਘਰ ਜੋ ਬਣਾਉਂਦੇ ਹਾਂ, ਸਾਡੀਆਂ ਬਸਤੀਆਂ, ਸਾਡੇ ਸ਼ਹਿਰ ਜੋ ਬਣਦੇ ਹਨ, ਇਹ ਵੀ ਧਰਤੀ ਦੇ ਉੱਤੇ ਹੀ ਬਣਨੇ। ਹੁਣ ਦੇਖੋ, ਧਰਤੀ ਅਗਰ ਨਾ ਹੋਏ, ਭੂਮੀ ਨਾ ਹੋਏ, ਤਾਂ ਆਪਾਂ ਰਵਾਂਗੇ ਕਿੱਥੇ? ਹਵਾ ਦੇ ਵਿੱਚ ਜਾਂ ਦਰਖਤਾਂ ਦੇ ਉੱਪਰ। ਦਰਖਤ ਵੀ ਤਾਂ ਧਰਤੀ 'ਤੇ ਹੁੰਦੇ ਨੇ। ਤੋ ਇਸ ਕਰਕੇ ਇਹ ਜੋ ਵੀ ਆਪਾਂ ਗਤੀਵਿਧੀਆਂ ਕਰਦੇ ਹਾਂ, ਇਹ ਸਾਰੀਆਂ ਧਰਤੀ ਦੇ ਉੱਪਰ ਹੀ ਹੁੰਦੀਆਂ ਹਨ। ਤੋ ਇਹ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਧਰਤੀ ਯਾਨੀ ਕਿ ਭੂਮੀ ਵੀ ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ, ਔਰ ਇਹ ਸਾਧਨ ਮਨੁੱਖ ਨੇ ਨਹੀਂ ਬਣਾਇਆ, ਇਹ ਕੁਦਰਤ ਨੇ ਸਾਨੂੰ ਦਿੱਤਾ। ਇਸ ਕਰਕੇ ਕੁਦਰਤੀ ਸਾਧਨ ਹੈ। ਤੋ ਵਿਦਿਆਰਥੀਓ, ਹੁਣ ਧਰਤੀ ਦੇ ਉੱਪਰ ਜਿਹੜੀ ਕਰਸਟ ਹੈ, ਸਭ ਤੋਂ ਉੱਪਰਲੀ ਪਰਤ, ਇਹਨੂੰ ਅਸੀਂ ਮਿੱਟੀ ਅਕਸਰ ਦੇਖਦੇ ਹਾਂ ਇਹਦੇ ਉੱਪਰ। ਤੋ ਇਹ ਮਿੱਟੀ ਦੀ ਪਰਤ ਜਿਹੜੀ ਹੈ ਧਰਤੀ ਦੇ ਉੱਪਰਲੇ ਹਿੱਸੇ 'ਤੇ ਪਾਈ ਜਾਂਦੀ ਹੈ। ਹੁਣ ਅਸੀਂ ਸਾਹਮਣੇ ਜੋ ਮਿੱਟੀ ਦਾ ਸਾਧਨ ਦਿੱਤਾ ਗਿਆ ਹੈ, ਇਸ ਦੇ ਪਹਿਲਾ ਪੁਆਇੰਟ ਪੜ੍ਹ ਕੇ ਦੇਖਾਂਗੇ। ਪੌਦਿਆਂ ਦੇ ਉੱਗਣ ਅਤੇ ਵਧਣ ਲਈ ਮਿੱਟੀ ਇੱਕ ਬਹੁਤ ਮਹੱਤਵਪੂਰਨ ਤੱਤ ਹੈ। ਹੁਣ ਇਹ ਆਪਾਂ ਦੇਖੀਏ ਕਿ ਬਿਨਾਂ ਮਿੱਟੀ ਦੇ ਪੌਦੇ ਨਹੀਂ ਉੱਗ ਸਕਦੇ। ਤੋ ਪਿਆਰੇ ਬੱਚਿਓ, ਇਸ ਤੋਂ ਅਸੀਂ ਦੇਖਦੇ ਹਾਂ ਕਿ ਧਰਤੀ ਦੇ ਉੱਪਰ ਜੋ ਮਿੱਟੀ ਹੈ ਉਹ ਵੀ ਇੱਕ ਬੜਾ ਮਹੱਤਵਪੂਰਨ ਸਾਧਨ ਹੈ, ਔਰ ਇਹ ਮਿੱਟੀ ਜਿਹੜੀ ਹੈ ਇਹ ਵੀ ਕੁਦਰਤ ਦੁਆਰਾ ਬਣੀ ਹੋਈ ਹੈ। ਇੱਕ ਨਵਿਆਉਣਯੋਗ ਯਾਨੀ ਕਿ ਰੀਨਿਊਏਬਲ ਅਤੇ ਅਜੈਵਿਕ ਸਾਧਨ ਹੈ। ਯਾਨੀ ਕਿ ਇਸ ਨੂੰ ਅਸੀਂ ਖੇਤੀਬਾੜੀ ਵਾਸਤੇ ਜਦੋਂ ਯੂਜ਼ ਕਰਦੇ ਹਾਂ ਤਾਂ ਇਸ ਨੂੰ ਫਿਰ ਨਵਿਆਇਆ ਜਾ ਸਕਦਾ ਹੈ, ਖੇਤੀ ਦੇ ਯੋਗ ਫਿਰ ਦੁਬਾਰਾ ਬਣਾ ਦਿੱਤਾ ਜਾਂਦਾ ਹੈ। ਔਰ ਮੂਲ ਚਟਾਨ, ਪੌਦੇ ਅਤੇ ਹੋਰ ਜੀਵ ਅਤੇ ਸਮਾਂ, ਯਾਨੀ ਕਿ ਇਹ ਤਿੰਨੋਂ ਚੀਜ਼ਾਂ ਜੋ ਹਨ, ਯਾਨੀ ਕਿ ਨੰਬਰ 1 ਮੂਲ ਚਟਾਨ, ਨੰਬਰ 2 ਪੌਦੇ, ਔਰ ਨੰਬਰ 3 ਜੀਵ, ਅਤੇ ਨੰਬਰ 4 ਸਮਾਂ, ਯਾਨੀ ਕਿ ਇਹਨਾਂ ਨੂੰ ਸਮਾਂ ਲੱਗਦਾ ਹੈ। ਔਰ ਸਮਾਂ ਪਾ ਕੇ ਜੀਵ, ਪੌਦੇ ਅਤੇ ਚਟਾਨ ਜੋ ਹਨ ਇਹ ਮਿੱਟੀ ਦੀ ਰਚਨਾ ਕਰਦੇ ਹਨ। ਤੋ ਇਹਨਾਂ ਦਾ ਮਹੱਤਵਪੂਰਨ ਯੋਗਦਾਨ ਹੈ ਮਿੱਟੀ ਦੀ ਰਚਨਾ ਦੇ ਵਿੱਚ। ਤੋ ਕਿਉਂਕਿ ਭਾਰਤ ਇੱਕ ਵਿਸ਼ਾਲ ਦੇਸ਼ ਹੈ,
ਹੁਣ ਇੱਥੋਂ ਦੀ ਮਿੱਟੀ ਜਿਹੜੀ ਹੈ ਉਹ ਵੀ ਸਾਰੇ ਦੇਸ਼ ਦੇ ਵਿੱਚ ਇੱਕੋ ਜਿਹੀ ਨਹੀਂ ਪਾਈ ਜਾਂਦੀ। ਪਿਆਰੇ ਵਿਦਿਆਰਥੀਓ, ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਲੋੜੀ ਮਿੱਟੀ ਹੈ, ਔਰ ਕੁਝ ਖੇਤਰ ਨੇ ਜਿਹੜੇ ਕਿ ਰਾਜਸਥਾਨ ਦੇ ਵਿੱਚ ਨੇ, ਉੱਥੇ ਰੇਤਲੀ ਮਿੱਟੀ ਹੈ, ਮਾਰੂਥਲੀ ਮਿੱਟੀ ਜਿਹਨੂੰ ਕਹਿ ਦਿੰਦੇ ਹਾਂ। ਪਹਾੜਾਂ ਦੇ ਵਿੱਚ ਪਰਬਤੀ ਮਿੱਟੀ ਹੈ। ਤਾਂ ਪਹਾੜਾਂ ਵਿੱਚ ਪਰਬਤੀ ਮਿੱਟੀ ਔਰ ਇਸੇ ਤਰ੍ਹਾਂ ਹੀ ਅਲੱਗ-ਅਲੱਗ ਥਾਵਾਂ 'ਤੇ ਮਿੱਟੀਆਂ ਦੀਆਂ ਅਲੱਗ-ਅਲੱਗ ਕਿਸਮਾਂ ਪਾਈਆਂ ਜਾਂਦੀਆਂ। ਅਤੇ ਭਾਰਤ ਵਿੱਚ ਪਾਈ ਜਾਣ ਵਾਲੀ ਮਿੱਟੀ ਦੀਆਂ ਜੋ ਕਿਸਮਾਂ ਹਨ ਉਹ ਹੇਠਾਂ ਲਿਖੀ ਆਪਣੀ ਜੋ ਡਾਇਗਰਾਮ ਹੈ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ। ਪਹਿਲਾਂ ਆਪਾਂ ਦੇਖਦੇ ਕਾਲੀ ਮਿੱਟੀ, ਜਿਹੜੀ ਕਿ ਬਹੁਤ ਹੀ ਮਹੱਤਵਪੂਰਨ ਹੈ, ਜਿਹਦੇ ਵਿੱਚ ਕਪਾਹ ਦੀ ਖੇਤੀ ਬਹੁਤ ਹੀ ਅੱਛੀ ਹੁੰਦੀ ਹੈ ਬੱਚਿਓ। ਇਹ ਗੁਜਰਾਤ, ਮਹਾਰਾਸ਼ਟਰ ਦੇ ਵਿੱਚ ਅਸੀਂ ਨਕਸ਼ੇ ਵਿੱਚ ਦੇਖਦੇ ਹੁੰਦੇ ਹਾਂ। ਅੱਗੇ ਜਲੋੜੀ ਮਿੱਟੀ ਹੈ, ਲਾਲ ਮਿੱਟੀ, ਜੰਗਲੀ ਅਤੇ ਪਰਬਤੀ ਮਿੱਟੀ, ਲੈਟਰਾਈਟ ਮਿੱਟੀ ਅਤੇ ਮਾਰੂਥਲੀ ਮਿੱਟੀ। ਤਾਂ ਪਿਆਰੇ ਬੱਚਿਓ, ਇਹ ਜੋ ਮਿੱਟੀਆਂ ਹਨ ਇਹ ਵੀ ਮਹੱਤਵਪੂਰਨ ਸਾਧਨ ਹਨ। ਹੁਣ ਅਸੀਂ ਦੇਖੀਏ ਇੱਕ ਇੱਕ ਕਰਕੇ ਕਿ ਜਲੋੜੀ ਮਿੱਟੀ ਜੋ ਹੈ, ਜਲੋੜੀ ਮਿੱਟੀ ਖੇਤੀ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ। ਪਿਆਰੇ ਬੱਚਿਓ, ਖਾਡਰ ਅਤੇ ਬਾਂਗਰ ਇਸ ਦੀਆਂ ਦੋ ਕਿਸਮਾਂ ਨੇ। ਹੁਣ ਜਿਹੜੀ ਮਰਜ਼ੀ ਕਿਸਮ ਹੋਏ, ਲੇਕਿਨ ਜਿਹਦਾ ਨਾਮ ਜਲੋੜੀ ਹੈ ਇਹਦਾ ਮਤਲਬ ਉਹ ਬਹੁਤ ਹੀ ਉਪਜਾਊ ਮਿੱਟੀ ਹੈ। ਤੋ ਜਿੰਨੀਆਂ ਵੀ ਤਰ੍ਹਾਂ ਦੀਆਂ ਮਿੱਟੀਆਂ ਨੇ, ਇਹਨਾਂ ਵਿੱਚੋਂ ਜਲੋੜੀ ਮਿੱਟੀ ਜਿਹੜੀ ਹੈ ਇਹ ਫਸਲਾਂ ਦੇ ਵਾਸਤੇ, ਖੇਤੀਬਾੜੀ ਦੇ ਵਾਸਤੇ ਬਹੁਤ ਜ਼ਿਆਦਾ ਉਪਜਾਊ ਮੰਨੀ ਜਾਂਦੀ ਹੈ। ਔਰ ਇਹ ਉਹ ਮਿੱਟੀ ਹੈ ਜਿਹੜੀ ਕਿ ਨਦੀਆਂ ਦੁਆਰਾ ਲਿਆਏ ਹੋਏ ਔਰ ਮੈਦਾਨਾਂ ਦੇ ਵਿੱਚ ਵਿਛਾਏ ਹੋਏ ਉਹਦੇ ਮਲਬੇ ਦੁਆਰਾ ਇਹਦਾ ਨਿਰਮਾਣ ਹੁੰਦਾ ਬੱਚਿਓ। ਤੋ ਕਾਲੀ ਮਿੱਟੀ ਜਿਹੜੀ ਹੈ ਉਹ ਵੀ ਬਹੁਤ ਉਪਜਾਊ ਹੁੰਦੀ ਹੈ। ਔਰ ਇਹ ਮਿੱਟੀ ਜੋ ਕਾਲੀ ਹੈ ਇਹ ਕਪਾਹ, ਕਣਕ, ਜਵਾਰ, ਸੂਰਜਮੁਖੀ, ਅਲਸੀ ਆਦਿ ਦੀ ਖੇਤੀ ਲਈ ਵਧੀਆ ਮੰਨੀ ਜਾਂਦੀ ਹੈ। ਲੇਕਿਨ ਇਸ ਨੂੰ ਅਸੀਂ ਕਪਾਹੀ ਮਿੱਟੀ ਵੀ ਆਖ ਸਕਦੇ ਹਾਂ, ਕਿਉਂਕਿ ਇਹ ਕਾਲੀ ਮਿੱਟੀ ਜੋ ਹੈ ਕਪਾਹ ਦੇ ਵਾਸਤੇ ਬਹੁਤ ਹੀ ਪ੍ਰਸਿੱਧ ਹੈ। ਕਿਉਂਕਿ ਜਦੋਂ ਵੀ ਕਾਲੀ ਮਿੱਟੀ ਦਾ ਨਾਮ ਆਉਂਦਾ ਹੈ ਤਾਂ ਕਪਾਹ ਦਾ ਜ਼ਿਕਰ ਜਿਹੜਾ ਹੈ ਉਹ ਆਪਣੇ ਆਪ ਹੀ ਸਾਡੇ ਦਿਮਾਗ ਦੇ ਵਿੱਚ ਘੁੰਮ ਜਾਂਦਾ ਹੈ। ਇਸ ਤੋਂ ਬਾਅਦ ਪਿਆਰੇ ਬੱਚਿਓ ਲਾਲ ਮਿੱਟੀ ਆਉਂਦੀ ਹੈ। ਲਾਲ ਮਿੱਟੀ ਦੇ ਵਿੱਚ ਜਿਹੜੇ ਨੇ ਉਹ ਆਇਰਨ ਆਕਸਾਈਡ ਪਾਇਆ ਜਾਣ ਕਰਕੇ ਉਹਦਾ ਰੰਗ ਜਿਹੜਾ ਲਾਲ ਸਾਨੂੰ ਨਜ਼ਰ ਆਉਂਦਾ ਹੈ। ਔਰ ਇਹ ਮਿੱਟੀ ਜਿਹੜੀ ਜ਼ਿਆਦਾ ਉਪਜਾਊ ਨਹੀਂ ਹੁੰਦੀ। ਅੱਗੇ ਹੈ ਲੈਟਰਾਈਟ ਮਿੱਟੀ। ਇਹ ਉੱਚੇ ਤਾਪਮਾਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਦੇ ਵਿੱਚ ਪਾਈ ਜਾਂਦੀ ਹੈ। ਜਿੱਥੇ ਤਾਪਮਾਨ ਬਹੁਤ ਜ਼ਿਆਦਾ ਹੁੰਦਾ, ਯਾਨੀ ਕਿ ਗਰਮੀ ਬੜੀ ਜ਼ਿਆਦਾ ਹੁੰਦੀ ਹੈ ਅਤੇ ਵਰਖਾ ਵੀ ਬਹੁਤ ਜ਼ਿਆਦਾ ਹੁੰਦੀ ਹੈ, ਇਹਨਾਂ ਖੇਤਰਾਂ ਦੇ ਵਿੱਚ ਲੈਟਰਾਈਟ ਮਿੱਟੀ ਪਾਈ ਜਾਂਦੀ ਹੈ। ਅੱਗੇ ਹੈ ਜੰਗਲੀ ਅਤੇ ਪਰਬਤੀ ਮਿੱਟੀ। ਪਹਾੜੀ ਚੱਟਾਨਾਂ 'ਤੇ ਮਿਲਦੀ ਹੈ ਬੱਚਿਓ, ਕਿਉਂਕਿ ਪਰਬਤੀ ਦਾ ਮਤਲਬ ਹੀ ਹੈ ਪਹਾੜੀ, ਅਤੇ ਜੰਗਲ ਕੁਦਰਤੀ ਤੌਰ 'ਤੇ ਜਿੱਥੇ ਪਹਾੜ ਹੋਣਗੇ ਉੱਥੇ ਜੰਗਲ ਜ਼ਰੂਰ ਹੋਣਗੇ। ਤੋ ਇਸ ਮਿੱਟੀ ਦੇ ਵਿੱਚ ਜੈਵਿਕ ਮਾਦਾ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ। ਔਰ ਅਖੀਰ ਦੇ ਵਿੱਚ ਅਸੀਂ ਪਿਆਰੇ ਬੱਚੇ ਦੇਖਦੇ ਹਾਂ ਮਾਰੂਥਲੀ ਮਿੱਟੀ। ਇਹਦੇ ਵਿੱਚ ਪਾਣੀ ਜ਼ਿਆਦਾ ਦੇਰ ਤੱਕ ਨਹੀਂ ਠਹਿਰਦਾ ਅਤੇ ਜਲਦੀ ਹੀ ਜ਼ਮੀਨ ਹੇਠਾਂ ਚਲਾ ਜਾਂਦਾ ਹੈ। ਔਰ ਜਦੋਂ ਅਸੀਂ ਮਾਰੂਥਲ ਦਾ ਨਾਮ ਲੈਂਦੇ ਹਾਂ ਤਾਂ ਸਾਡੇ ਜ਼ਿਹਨ ਦੇ ਵਿੱਚ ਬੱਚਿਓ ਰੇਤ ਦੇ ਟਿੱਲੇ ਆਉਂਦੇ ਨੇ। ਤਾਂ ਇਹਦਾ ਮਤਲਬ ਰੇਤ ਜੋ ਹੈ ਇਹ ਮਾਰੂਥਲੀ ਮਿੱਟੀ ਹੈ। ਔਰ ਇਸ ਰੇਤ ਦੇ ਵਿੱਚ ਅਸੀਂ ਪਾਣੀ ਸੁੱਟੀਏ ਉਹ ਠਹਿਰਦਾ ਹੀ ਨਹੀਂ, ਉਹ ਬਿਲਕੁਲ ਨੀਚੇ ਚਲਾ ਜਾਂਦਾ। ਇਸ ਕਰਕੇ ਮਾਰੂਥਲੀ ਮਿੱਟੀ ਜਿਹੜੀ ਹੈ ਇਹਦੇ ਵਿੱਚ ਘੱਟ ਪਾਣੀ ਦੀ ਜ਼ਰੂਰਤ ਵਾਲੀਆਂ ਫਸਲਾਂ ਜਿਹੜੀਆਂ ਨੇ ਉਗਾਈਆਂ ਜਾਂਦੀਆਂ ਨੇ। ਯਾਨੀ ਇਸ ਖੇਤਰ ਦੇ ਵਿੱਚ ਜਿੱਥੇ ਜਿੱਥੇ ਵੀ ਮਾਰੂਥਲ ਹੈ, ਜਿਵੇਂ ਕਿ ਸਾਡਾ ਰਾਜਸਥਾਨ ਦਾ ਕੁਝ ਏਰੀਆ ਜਿਹੜਾ ਹੈ ਉਹ ਮਾਰੂਥਲ ਦਾ ਭਾਗ ਹੈ, ਜੈਸਲਮੇਰ ਵਗੈਰਾ। ਤਾਂ ਪਿਆਰੇ ਬੱਚਿਓ ਇਸ ਮਾਰੂਥਲ ਦੇ ਵਿੱਚ ਜੋ ਫਸਲਾਂ ਉਗਾਈਆਂ ਜਾਂਦੀਆਂ, ਅਜਿਹੀਆਂ ਫਸਲਾਂ ਉਗਾਈਆਂ ਜਾਂਦੀਆਂ ਜਿਨ੍ਹਾਂ ਨੂੰ ਪਾਣੀ ਦੀ ਲੋੜ ਜਾਂ ਤਾਂ ਹੁੰਦੀ ਨਹੀਂ ਜਾਂ ਤਾਂ ਬਹੁਤ ਹੀ ਘੱਟ ਲੋੜ ਹੁੰਦੀ ਹੈ। ਔਰ ਇਹ ਫਸਲਾਂ ਹੈਗੀਆਂ ਨੇ ਜੌਂ, ਬਾਜਰਾ, ਮੱਕੀ ਅਤੇ ਦਾਲਾਂ, ਯਾਨੀ ਇਹਨਾਂ ਨੂੰ ਬਹੁਤ ਹੀ ਘੱਟ ਪਾਣੀ ਦੀ ਲੋੜ ਹੁੰਦੀ ਹੈ। ਔਰ ਜਿੱਥੇ ਮਿੱਟੀ ਸਾਧਨ ਦੇ ਮਨੁੱਖ ਨੂੰ ਬਹੁਤ ਸਾਰੇ ਲਾਭ ਹੁੰਦੇ ਨੇ, ਉੱਥੇ ਇਸ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਵੀ ਨੇ ਜੋ ਇਸ ਪ੍ਰਕਾਰ ਹਨ। ਪਿਆਰੇ ਬੱਚਿਓ, ਜਿਵੇਂ ਆਪਾਂ ਦੇਖਿਆ
ਕਿ ਮਿੱਟੀ ਕਈ ਤਰ੍ਹਾਂ ਦੀ ਔਰ ਇੱਕ ਕੁਦਰਤੀ ਸਾਧਨ ਔਰ ਇਹਦੀਆਂ ਕਿਸਮਾਂ ਔਰ ਇਹਦੇ ਉੱਤੇ ਆਪਾਂ ਉਗਾਉਂਦੇ ਕੀਆਂ ਫਸਲਾਂ। ਹੁਣ ਇਹ ਦੋ ਚੀਜ਼ਾਂ ਨੂੰ ਬੱਚਿਓ ਥੋੜ੍ਹਾ ਜਿਹਾ ਫਰਕ ਕਰਕੇ ਸਮਝਣਾ। ਆਪਾਂ ਹਾਲੇ ਤੱਕ ਗੱਲ ਕੀਤੀ ਦੋ ਕੁਦਰਤੀ ਸਾਧਨਾਂ ਦੀ। ਨੰਬਰ 1 ਤੇ ਲਿਆ ਆਪਾਂ ਧਰਤੀ, ਉਹ ਨੰਬਰ 2 ਤੇ ਲਿਆ ਆਪਾਂ ਮਿੱਟੀ। ਇਹਨਾਂ ਨੂੰ ਬੱਚਿਓ ਆਪਸ ਦੇ ਵਿੱਚ ਮਿਕਸ ਨਹੀਂ ਕਰਨਾ। ਜਦੋਂ ਅਸੀਂ ਧਰਤੀ ਦਾ ਨਾਮ ਲੈਂਦੇ ਹਾਂ ਤਾਂ ਧਰਤੀ ਦਾ ਮਤਲਬ ਜਿਹਦੇ ਉੱਪਰ ਆਪਾਂ ਰਹਿੰਦੇ ਹਾਂ, ਉਹਨੂੰ ਰਹਿਣ ਵਾਸਤੇ ਯੂਜ਼ ਕਰਦੇ ਹਾਂ, ਆਪਣੀ ਰਿਹਾਇਸ਼ ਬਣਾਉਂਦੇ ਹਾਂ ਔਰ ਸੜਕਾਂ ਬਣਾਉਂਦੇ ਹਾਂ ਔਰ ਫੈਕਟਰੀਆਂ ਬਣਾਉਂਦੇ ਹਾਂ। ਇਹ ਤੁਸੀਂ ਆਪਣੇ ਦਿਮਾਗ 'ਚ ਮਾਈਂਡ ਮੈਪ ਦੀ ਤਰ੍ਹਾਂ ਰੱਖ ਲੈਣਾ। ਦੂਸਰੇ ਪਾਸੇ ਜਦੋਂ ਅਸੀਂ ਮਿੱਟੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਨੂੰ ਕਿਸ ਤਰ੍ਹਾਂ ਯੂਜ਼ ਕਰਦੇ ਹਾਂ? ਮਿੱਟੀ ਦੇ ਵਿੱਚ ਅਸੀਂ ਖੇਤੀਬਾੜੀ ਕਰਦੇ ਹਾਂ। ਜਿੰਨੀਆਂ ਵੀ ਫਸਲਾਂ ਉਗਾਈਆਂ ਨੇ ਮਿੱਟੀ ਦੇ ਵਿੱਚ ਉਗਾਈਆਂ ਜਾਂਦੀਆਂ। ਅੱਛਾ, ਤੁਸੀਂ ਸੋਚਿਆ ਕਿ ਮਿੱਟੀ ਤੋਂ ਹੋਰ ਕੀ ਉਪਯੋਗ ਹੁੰਦਾ ਹੋਏਗਾ? ਸੋਚੋ ਜ਼ਰਾ। ਹਾਂ, ਅਗਰ ਨਹੀਂ ਆ ਗਿਆ ਦਿਮਾਗ ਦੇ ਵਿੱਚ ਤਾਂ ਤੁਹਾਨੂੰ ਮੈਂ ਦੱਸ ਦੇਵਾਂ, ਮਿੱਟੀ ਤੋਂ ਹੀ ਇੱਟਾਂ ਬਣਾਈਆਂ ਜਾਂਦੀਆਂ। ਇੱਟਾਂ ਤੋਂ ਸਾਡੇ ਘਰ ਬਣਦੇ। ਮਿੱਟੀ ਤੋਂ ਹੀ ਫਸਲਾਂ ਉਗਾਈਆਂ ਜਾਂਦੀਆਂ ਨੇ ਔਰ ਇਸ ਮਿੱਟੀ ਤੋਂ ਹੀ ਰੇਤਾ ਬਣਦੀ ਹੈ, ਜੋ ਕਿ ਅਸੀਂ ਘਰਾਂ ਦੇ ਵਿੱਚ ਜੋ ਹੈ ਇਮਾਰਤ ਬਣਾਉਣ ਵੇਲੇ ਵੀ ਉਹਦੀ ਵਰਤੋਂ ਕਰਦੇ ਹਾਂ। ਔਰ ਦੂਸਰੀ ਇੱਕ ਹੋਰ ਤਰ੍ਹਾਂ ਦੀ ਵੀ ਰੇਤਾ ਹੁੰਦੀ ਜਿਹੜੀ ਕਿ ਮਾਰੂਥਲ ਦੇ ਵਿੱਚ ਪਾਈ ਜਾਂਦੀ। ਯਾਨੀ ਕਿ ਮਿੱਟੀ ਕਈ ਕਿਸਮ ਦੀ ਹੁੰਦੀ ਹੈ ਔਰ ਇਹਦੀ ਵਰਤੋਂ ਜਿਹੜੀ ਅਲੱਗ-ਅਲੱਗ ਹੈ। ਲੇਕਿਨ ਹੁਣ ਅਸੀਂ ਦੇਖਣ ਲੱਗੇ ਹਾਂ ਕਿ ਮਿੱਟੀ ਦੀ ਜਿਹੜਾ ਸਾਧਨ ਹੈ ਇਹਦੇ ਵਿੱਚ ਵੀ ਕੁਝ ਸਮੱਸਿਆਵਾਂ ਨੇ। ਬੱਚੇ ਯਾਦ ਰੱਖਣਾ, ਧਰਤੀ ਦੇ ਵਿੱਚ ਸਮੱਸਿਆਵਾਂ ਨਹੀਂ ਹੈ। ਕੁਦਰਤੀ ਸਾਧਨਾਂ ਦੇ ਵਿੱਚ ਪਹਿਲਾ ਪੁਆਇੰਟ ਧਰਤੀ, ਉਹਦੇ ਵਿੱਚ ਸਮੱਸਿਆਵਾਂ ਨਹੀਂ ਹੈ। ਅਸੀਂ ਸਮੱਸਿਆਵਾਂ ਉਹਨਾਂ ਦੀ ਜ਼ਿਕਰ ਕਰਨ ਲੱਗੇ ਹਾਂ ਜਿਹੜੀ ਕਿ ਮਿੱਟੀ ਦੇ ਨਾਲ ਰਿਲੇਟਡ ਨੇ। ਉਹ ਕਿਹੜੀਆਂ ਨੇ? ਮਿੱਟੀ ਦਾ ਖੁਰ ਜਾਣਾ, ਮਿੱਟੀ ਦਾ ਰੇਤਲਾਪਨ, ਮਿੱਟੀ ਦੀ ਉਪਜਾਊ ਸ਼ਕਤੀ ਦਾ ਘੱਟ ਹੋ ਜਾਣਾ। ਤੋ ਪਿਆਰੇ ਬੱਚਿਓ, ਜਦੋਂ ਹੜ੍ਹ ਆਉਂਦੇ ਨੇ, ਹੜ੍ਹਾਂ ਦੇ ਨਾਲ ਮਿੱਟੀ ਜਿਹੜੀ ਹੈ ਉੱਪਰਲਾ ਹਿੱਸਾ ਧਰਤੀ ਦਾ ਖੁਰ ਜਾਂਦਾ, ਰੁੜ ਕੇ ਬੜੀ ਦੂਰ ਤੱਕ ਚਲੀ ਜਾਂਦੀ। ਹਜ਼ਾਰਾਂ ਕਰੋੜਾਂ ਟਨ ਮਿੱਟੀ ਜਿਹੜੀ ਹੈ ਨਦੀਆਂ ਜਿਹੜੀਆਂ ਨੇ ਆਪਣੇ ਨਾਲ ਲਿਜਾ ਕੇ ਦੂਰ ਲੈ ਜਾਂਦੀਆਂ ਨੇ। ਔਰ ਖੇਤੀਬਾੜੀ ਦੇ ਦੌਰਾਨ ਮਿੱਟੀ ਦੇ ਵਿੱਚ ਅਸੀਂ ਜਦੋਂ ਫਸਲਾਂ ਉਗਾਉਂਦੇ ਹਾਂ ਤਾਂ ਕਈ ਤਰ੍ਹਾਂ ਦੀਆਂ ਅਲੱਗ-ਅਲੱਗ ਪ੍ਰਕਿਰਿਆਵਾਂ ਹੁੰਦੀਆਂ ਨੇ ਔਰ ਮਿੱਟੀ ਦੇ ਵਿੱਚ ਜਿਹੜਾ ਹੈ ਰੇਤਲਾਪਣ ਆਉਣਾ ਸ਼ੁਰੂ ਹੋ ਜਾਂਦਾ ਹੈ। ਮਿੱਟੀ ਦੀ ਉਪਜਾਊ ਸ਼ਕਤੀ ਇਹਦੇ ਨਾਲ ਜਿਹੜੀ ਹੈ ਘੱਟ ਜਾਂਦੀ ਹੈ, ਬਾਰ-ਬਾਰ ਉਹਦੇ ਉੱਤੇ ਰਸਾਇਣਾਂ ਦੀ ਵਰਤੋਂ ਕਰਨ ਦੇ ਨਾਲ। ਉਹ ਸੇਮ ਦੀ ਸਮੱਸਿਆ, ਜਿੱਥੇ ਕਿ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਸੇਮ ਦੀ ਸਮੱਸਿਆ ਹੋ ਜਾਂਦੀ ਹੈ। ਮਿੱਟੀ ਦੇ ਵਿੱਚ ਉਸ ਥਾਂ 'ਤੇ ਖਾਰਾਪਨ ਵੀ ਆ ਜਾਂਦਾ ਹੈ, ਜਿਹਦੇ ਵਿੱਚ ਅਸੀਂ ਨਮਕ ਦੀ ਮਾਤਰਾ ਜ਼ਿਆਦਾ ਦੇਖਦੇ ਹਾਂ। ਮਿੱਟੀ ਦੀ ਸਮਰੱਥਾ ਤੋਂ ਵੱਧ ਵਰਤੋਂ। ਹੁਣ ਕਿਉਂਕਿ ਜਿੰਨੀ ਵੀ ਖੇਤੀਬਾੜੀ ਕਰਨੀ ਹੈ, ਫਸਲਾਂ ਉਗਾਉਣੀਆਂ, ਸਾਰੀਆਂ ਮਿੱਟੀ ਦੇ ਵਿੱਚ ਹੀ ਉਗਾਉਣੀਆਂ ਹੁੰਦੀਆਂ ਨੇ। ਤੋ ਇਸ ਕਰਕੇ ਜਿੰਨੀ ਮਿੱਟੀ ਦੀ ਸਮਰੱਥਾ ਆ ਉਸ ਤੋਂ ਵੱਧ ਅਸੀਂ ਉਹਦਾ ਉਪਯੋਗ ਕਰਦੇ ਹਾਂ। ਯਾਨੀ ਕਿ ਅਸੀਂ ਅਗਰ ਇੱਕ ਫਸਲ ਉਗਾ ਕੇ ਉਹਨੂੰ ਛੱਡ ਦਈਏ, ਅਜਿਹਾ ਨਹੀਂ ਕਰਦੇ। ਅਸੀਂ ਉਸ ਮਿੱਟੀ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਹਦਾ ਵਰਤੋਂ ਕੀਤੀ ਜਾਵੇ। ਮਿੱਟੀ ਉੱਤੇ ਪਾਣੀ ਦਾ ਖੜਾ ਰਹਿਣਾ ਯਾਨੀ ਕਿ ਦਲਦਲ, ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ। ਤੋ ਪਿਆਰੇ ਬੱਚਿਓ, ਉਪਰੋਕਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਸਾਨੂੰ ਸਮਝ ਆਉਂਦਾ ਹੈ ਕਿ ਮਿੱਟੀ ਦੀ ਸਾਂਭ ਸੰਭਾਲ ਬਹੁਤ ਜ਼ਿਆਦਾ ਲੋੜ ਹੈ ਔਰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਗੇ ਹੈ ਪਾਣੀ। ਪਾਣੀ ਦੇ ਉੱਪਰ ਪਹਿਲਾਂ ਆਪਾਂ ਪਿੱਛੇ ਪੜ੍ਹ ਆਏ ਹਾਂ ਕਿ ਧਰਤੀ ਦਾ 71% ਹਿੱਸਾ ਪਾਣੀ ਹੀ ਹੈ। ਇਸ ਲਈ ਧਰਤੀ ਨੂੰ ਪਾਣੀ ਗ੍ਰਹਿ ਵੀ ਆਖਿਆ ਜਾਂਦਾ ਹੈ, ਕਿਉਂਕਿ ਆਪਾਂ ਜਦੋਂ ਧਰਤੀ ਜਾਂ ਗਲੋਬ ਜਾਂ ਦੁਨੀਆ ਦਾ ਨਕਸ਼ਾ ਦੇਖਦੇ ਹਾਂ ਤਾਂ ਜ਼ਿਆਦਾਤਰ ਸਾਨੂੰ ਹਿੱਸਾ ਜੋ ਹੈ ਨੀਲਾ ਨਜ਼ਰ ਦਿਖਾਈ
ਨਜ਼ਰ ਆਉਂਦਾ ਹੈ। ਔਰ ਨੀਲਾ ਨਜ਼ਰ ਆਉਣ ਵਾਲਾ ਹਿੱਸਾ ਜਿਹੜਾ ਪਾਣੀ ਹੈ, ਔਰ ਇਹ 71% ਹੈ। ਪਰ ਧਰਤੀ ਦੇ ਉੱਤੇ ਸਾਰੇ ਪਾਣੀ ਨੂੰ ਮਨੁੱਖ ਵਰਤ ਨਹੀਂ ਸਕਦਾ, ਕਿਉਂਕਿ ਸਾਰਾ ਪਾਣੀ ਜੋ ਹੈ ਸਮੁੰਦਰਾਂ ਦਾ ਉਹ ਤਾਂ ਨਮਕੀਨ ਹੈ, ਔਰ ਉਸ ਨੂੰ ਆਪਾਂ ਨਹੀਂ ਵਰਤ ਸਕਦੇ। ਮਨੁੱਖ ਸਿਰਫ ਤਾਜ਼ੇ ਪਾਣੀ ਦੇ ਸੋਮਿਆਂ ਨੂੰ ਹੀ ਵਰਤਦਾ ਹੈ, ਔਰ ਉਹ ਸੋਮੇ ਕਿਹੜੇ ਨੇ? ਵਰਖਾ, ਦਰਿਆ, ਨਦੀਆਂ, ਨਹਿਰਾਂ, ਤਲਾਬ ਅਤੇ ਧਰਤੀ ਦੇ ਹੇਠਲਾ ਪਾਣੀ। ਕਿਉਂਕਿ ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਪਾਣੀ ਪੀਣਾ ਹੁੰਦਾ ਹੈ ਤਾਂ ਇਹ ਪਾਣੀ ਜਿਹੜਾ ਧਰਤੀ ਦੇ ਹੇਠਾਂ ਤੋਂ ਆਉਂਦਾ ਹੈ, ਉਸ ਨੂੰ ਹੀ ਟਿਊਬਵੈੱਲ ਜਾਂ ਨਲਕੇ ਜਾਂ ਖੂਹ ਦੁਆਰਾ ਨਿਕਾਲਿਆ ਜਾਂਦਾ ਹੈ, ਔਰ ਉਹ ਪਾਣੀ ਦੀ ਅਸੀਂ ਪੀਣ ਦੇ ਵਾਸਤੇ ਵਰਤੋਂ ਕਰਦੇ ਹਾਂ। ਔਰ ਦੂਸਰੇ ਜਿਹੜੇ ਪਾਣੀ ਹੈ, ਵਰਖਾ ਦਾ, ਦਰਿਆਵਾਂ ਦਾ, ਨਦੀਆਂ, ਨਹਿਰਾਂ, ਤਲਾਬਾਂ ਦਾ ਪਾਣੀ, ਇਹ ਅਸੀਂ ਖੇਤੀਬਾੜੀ ਵਾਸਤੇ ਵਰਤਦੇ ਹਾਂ। ਅਸੀਂ ਬੱਚੇ ਸਾਰੇ ਜਾਣਦੇ ਹਾਂ ਕਿ ਪਾਣੀ ਮਨੁੱਖੀ ਜੀਵਨ ਲਈ ਬਹੁਤ ਮਹੱਤਵ ਰੱਖਦਾ ਹੈ। ਇਸ ਲਈ ਪਾਣੀ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਆਪਾਂ ਪਿੱਛੇ ਪੜ੍ਹਿਆ ਪਿਛਲੇ ਪੁਆਇੰਟ ਦੇ ਵਿੱਚ ਕਿ ਮਿੱਟੀ ਦੀ ਸੰਭਾਲ ਜ਼ਰੂਰੀ ਹੈ, ਉਸੇ ਤਰ੍ਹਾਂ ਬੱਚਿਓ ਪਾਣੀ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ। ਹੁਣ ਇਹਦੇ ਬਾਰੇ ਤੁਸੀਂ ਦੱਸਣਾ ਹੈ ਕਿ ਪਾਣੀ ਦੀ ਸੰਭਾਲ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਇਹਦੇ ਵਾਸਤੇ ਤੁਸੀਂ ਕੀ ਕਰਨਾ, ਆਪਣੀ ਕਲਾਸ ਦੇ ਵਿੱਚ ਇੱਕ ਛੋਟੀ ਜਿਹੀ ਚਰਚਾ ਕਰਨੀ ਹੈ ਆਪਣੇ ਦੂਸਰੇ ਸਾਥੀ ਦੋਸਤਾਂ ਦੇ ਨਾਲ। ਤੋ ਅਸੀਂ ਅੱਗੇ ਚੱਲੀਏ। ਇਸ ਤੋਂ ਬਾਅਦ ਚੌਥਾ ਜਿਹੜਾ ਪੁਆਇੰਟ ਹੈ ਬੱਚਿਓ, ਉਹ ਹੈ ਕੁਦਰਤੀ ਬਨਸਪਤੀ। ਪਿਆਰੇ ਵਿਦਿਆਰਥੀਓ, ਹੁਣ ਤੱਕ ਅਸੀਂ 3 ਪੁਆਇੰਟ ਪੜ੍ਹੇ ਹੈ। ਪਹਿਲਾ ਹੈ ਕੁਦਰਤੀ ਸਾਧਨਾਂ ਦੇ ਵਿੱਚੋਂ ਧਰਤੀ। ਉਸ ਤੋਂ ਬਾਅਦ ਦੂਸਰਾ ਪੁਆਇੰਟ ਸੀ ਮਿੱਟੀ, ਔਰ ਤੀਸਰਾ ਪੁਆਇੰਟ ਸੀ ਪਾਣੀ, ਔਰ ਹੁਣ ਚੌਥਾ ਪੁਆਇੰਟ ਹੈ ਬਨਸਪਤੀ। तो प्यारे बच्चों, जिन्नी भी बनस्पति, जंगल, घाह फूस जो अपने आप ही उगाते हैं, उन्होंने असी कुदरती बनस्पति आखते हैं। और ये वो साधन है जिन्हां दा मनुख के जीवन के लिए नहीं, सगों जीव जिहड़े दूसरे हैं, जंगली जीव, पक्षी हैं, और उन्हां वास्ते बहुत ज़्यादा महत्व है। कुदरती बनस्पति कुदरती दी देन है ਅਤੇ एक ਨਵਿਆਉਣਯੋਗ ਸਾਧਨ ਹੈ। ਨਵਿਆਉਣਯੋਗ ਦਾ ਮਤਲਬ ਹੁੰਦਾ ਹੈ ਦੁਬਾਰਾ ਉੱਗ ਜਾਂਦੀ ਹੈ। ਆਪਾਂ ਦਰਖਤ ਕੋਈ ਕੱਟ ਦਈਏ ਤਾਂ ਉਹ ਉੱਗ ਜਾਂਦਾ ਹੈ ਉਸ ਥਾਂ 'ਤੇ ਹੋਰ, ਲੇਕਿਨ ਇਸ ਦਰਖਤ ਨੂੰ ਕੱਟਣਾ ਸੌਖਾ ਹੈ, ਲੇਕਿਨ ਉਹਨੂੰ ਉੱਗਣ ਦੇ ਵਾਸਤੇ ਬਹੁਤ ਦੇਰ ਲੱਗਦੀ ਹੈ। ਘੱਟੋ ਘੱਟ 40-50 ਸਾਲ ਬਾਅਦ ਇੱਕ ਜੋ ਦਰਖਤ ਹੈ ਉਹ ਆਪਣੇ ਯੌਵਨ ਰੂਪ ਦੇ ਵਿੱਚ ਆਉਂਦਾ ਹੈ, ਜਿਵੇਂ ਕਿ ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਲੰਬੀ ਹੁੰਦੀ ਹੈ। ਤੋ ਪਿਆਰੇ ਵਿਦਿਆਰਥੀਓ, ਕੁਦਰਤੀ ਬਨਸਪਤੀ ਜਲਵਾਯੂ, ਮਿੱਟੀ ਅਤੇ ਜੈਵਿਕ ਤੱਤਾਂ 'ਤੇ ਨਿਰਭਰ ਕਰਦੀ ਹੈ, ਕਿਉਂਕਿ ਇਹ ਵੀ ਹਰ ਥਾਂ 'ਤੇ ਇੱਕੋ ਤਰ੍ਹਾਂ ਦੀ ਨਹੀਂ ਪਾਈ ਜਾਂਦੀ। ਇਹ ਹਰ ਤਰ੍ਹਾਂ ਦੇ ਬਨਸਪਤੀ ਜਿਹੜੀ ਹੈ ਉਹ ਬਦਲ ਜਾਂਦੀ ਹੈ। ਉਦਾਹਰਨ ਦੇ ਤੌਰ 'ਤੇ ਤਾਮਿਲਨਾਡੂ ਦੇ ਵਿੱਚ ਨਾਰੀਅਲ ਪਾਇਆ ਜਾਂਦਾ, ਲੇਕਿਨ ਪੰਜਾਬ 'ਚ ਨਹੀਂ ਪਾਇਆ ਜਾਂਦਾ। ਇਸੇ ਤਰ੍ਹਾਂ ਹੀ ਕੁਝ ਚੀਜ਼ਾਂ ਇੱਦਾਂ ਦੀਆਂ ਜਿੱਦਾਂ ਅਖਰੋਟ ਹੈ, ਬਦਾਮ ਹੈ, ਕਿਸ਼ਮਿਸ਼ ਹੈ, ਇਹ ਪਹਾੜੀ ਖੇਤਰਾਂ ਦੇ ਵਿੱਚ ਪਾਇਆ ਜਾਂਦਾ, ਮੈਦਾਨਾਂ ਦੇ ਵਿੱਚ ਨਹੀਂ ਪਾਇਆ ਜਾਂਦਾ। ਤੋ ਇਸ ਤਰ੍ਹਾਂ ਬਨਸਪਤੀ ਵੀ ਹਰ ਇੱਕ ਥਾਂ 'ਤੇ ਅਲੱਗ-ਅਲੱਗ ਹੁੰਦੀ ਹੈ। ਔਰ ਅਲੱਗ ਕਿਉਂ ਹੁੰਦੀ ਹੈ? ਕਿਉਂਕਿ ਉਸ ਜਗ੍ਹਾ ਦਾ ਜਲਵਾਯੂ, ਉਸ ਜਗ੍ਹਾ ਦੀ ਮਿੱਟੀ ਅਤੇ ਉਸ ਜਗ੍ਹਾ ਦੇ ਜੈਵਿਕ ਤੱਤ ਜਿਹੜੇ ਨੇ ਉਹ ਅਲੱਗ-ਅਲੱਗ ਹੁੰਦੇ ਨੇ, ਅਤੇ ਇਹਨਾਂ ਚੀਜ਼ਾਂ ਕਰਕੇ ਬਨਸਪਤੀ ਵੀ ਅਲੱਗ ਤਰ੍ਹਾਂ ਦੀ ਪਾਈ ਜਾਂਦੀ ਹੈ। ਇਹਦੇ ਵਿੱਚੋਂ ਜਲਵਾਯੂ ਸਭ ਤੋਂ ਮਹੱਤਵਪੂਰਨ ਤੱਤ ਹੈ, ਜਿਹਦੇ ਵਿੱਚ ਨਮੀ ਅਤੇ ਤਾਪਮਾਨ ਦਾ ਸੁਮੇਲ ਹੁੰਦਾ ਹੈ। ਕੁਦਰਤੀ ਬਨਸਪਤੀ ਮਨੁੱਖ ਦੀਆਂ ਕਈ ਲੋੜਾਂ ਨੂੰ ਪੂਰਾ ਕਰਦੀ ਹੈ। ਔਰ ਪਿਆਰੇ ਬੱਚਿਓ, ਅਗਲਾ ਜੋ ਡਾਇਗਰਾਮ ਦੇਖ ਰਹੇ ਹਾਂ, ਇਹਦੇ ਵਿੱਚ ਕੁਦਰਤੀ ਬਨਸਪਤੀ ਦੀਆਂ ਅਲੱਗ-ਅਲੱਗ ਕਿਸਮਾਂ ਦੱਸੀਆਂ ਗਈਆਂ ਨੇ। ਸਦਾਬਹਾਰ ਬਨਸਪਤੀ, ਪਤਝੜੀ ਬਨਸਪਤੀ, ਮਾਰੂਥਲੀ ਬਨਸਪਤੀ, ਪਰਪਤੀ ਬਨਸਪਤੀ ਔਰ ਡੈਲਟਾਈ ਬਨਸਪਤੀ। ਅੱਗੇ ਹੈ ਜੰਗਲੀ ਜੀਵ। ਜੰਗਲੀ ਜੀਵ
ਪਿਆਰੇ ਬੱਚਿਓ, ਇਹ ਵੀ ਕੁਦਰਤੀ ਸਾਧਨ ਹੈ ਔਰ ਮਨੁੱਖ ਦੇ ਕੰਮ ਆਉਂਦੇ ਹਨ। ਜਿਵੇਂ ਕਿ ਸ਼ੁਰੂ ਤੋਂ ਆਪਾਂ ਜਾਣਦੇ ਹਾਂ ਕਿ ਮਨੁੱਖ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਦੇ ਵਾਸਤੇ ਬੈਲ ਗੱਡੀ ਦਾ ਉਪਯੋਗ ਕੀਤਾ। ਸ਼ਿਕਾਰ ਕਰਨ ਦੇ ਲਈ ਆਪਣੇ ਨਾਲ ਉਹ ਸ਼ਿਕਾਰੀ ਕੁੱਤੇ ਰੱਖਦਾ ਸੀ ਔਰ ਦੁੱਧ, ਦਹੀਂ, ਲੱਸੀ ਆਦਿ ਦਾ ਉਪਯੋਗ ਕਰਨ ਦੇ ਵਾਸਤੇ ਗਾਈਆਂ ਔਰ ਮੱਝਾਂ ਆਦਿ ਨੂੰ ਪਾਲਦਾ ਸੀ। ਭੇਡਾਂ ਬੱਕਰੀਆਂ ਤੋਂ ਉਸਨੂੰ ਉੱਨ ਦੀ ਪ੍ਰਾਪਤੀ ਹੁੰਦੀ ਸੀ। ਤੋ ਇਹ ਜੋ ਜੀਵ ਜੰਤੂ ਹਨ ਇਹ ਵੀ ਬੜੇ ਮਹੱਤਵਪੂਰਨ ਹਨ। ਤੋ ਪਿਆਰੇ ਬੱਚਿਓ, ਜੰਗਲ ਹੀ ਇਹਨਾਂ ਜੀਵਾਂ ਦਾ ਕੁਦਰਤੀ ਘਰ ਹੁੰਦਾ ਹੈ, ਜਿਹੜੇ ਕਿ ਜੀਵ ਜੰਤੂ ਹੁੰਦੇ ਨੇ। ਭਾਰਤ ਵਿੱਚ 80,000 ਤੋਂ ਵੀ ਵੱਧ ਕਿਸਮ ਦੇ ਜਾਨਵਰ ਮਿਲਦੇ ਨੇ। ਇਹਨਾਂ ਵਿੱਚ ਹਾਥੀ, ਸ਼ੇਰ, ਚੀਤਾ, ਬਾਘ, ਗੈਂਡਾ, ਭਾਲੂ, ਹਿਰਨ, ਬਾਂਦਰ ਆਦਿ ਹੁੰਦੇ ਹਨ। ਤੋ ਭਾਰਤ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਪੰਛੀ ਅਤੇ ਮੱਛੀਆਂ ਵੀ ਮਿਲਦੀਆਂ ਨੇ। ਕਈ ਤਰ੍ਹਾਂ ਦੇ ਪ੍ਰਵਾਸੀ ਪੰਛੀ ਹੁੰਦੇ ਨੇ ਜਿਹੜੇ ਕਿ ਸਾਈਬੇਰੀਆ ਅਤੇ ਚੀਨ ਤੋਂ ਭਾਰਤ ਵਿੱਚ ਆਉਂਦੇ ਨੇ। ਜੰਗਲੀ ਜੀਵਾਂ ਦੀਆਂ ਕਈ ਕਿਸਮਾਂ ਹੁਣ ਤੱਕ ਖਤਮ ਹੋ ਚੁੱਕੀਆਂ ਨੇ, ਪਰ ਕਈ ਜਿਹੜੀਆਂ ਨੇ ਇਹ ਖਤਮ ਹੋਣ ਦੇ ਕੰਢੇ 'ਤੇ ਨੇ। ਇਹਦਾ ਕਾਰਨ ਜੋ ਹੈ ਉਹ ਹੈ ਸ਼ਿਕਾਰ ਜਿਹੜੇ ਲੋਕ ਕਰਦੇ ਨੇ ਔਰ ਜੰਗਲਾਂ ਦੀ ਕਟਾਈ ਧੜਾ ਧੜ ਹੋ ਰਹੀ ਹੈ। ਤੋ ਇਸ ਚੀਜ਼ ਨੂੰ ਜਿਹੜਾ ਹੈ ਸਾਨੂੰ ਰੋਕਣਾ ਚਾਹੀਦਾ ਹੈ। ਔਰ ਭਾਰਤ ਸਰਕਾਰ ਨੇ ਵੀ ਇਹਨਾਂ ਜੰਗਲੀ ਜੀਵਾਂ ਦੇ ਬਚਾਅ ਦੇ ਲਈ ਕੁਝ ਉਪਰਾਲੇ ਕੀਤੇ ਨੇ। ਇਹ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ। ਇਹਨਾਂ ਦੇ ਵਿੱਚ ਆਪਾਂ ਦੇਖਦੇ ਹਾਂ 1952 ਦੇ ਵਿੱਚ ਜੰਗਲੀ ਜੀਵਾਂ ਦੀ ਲਈ ਭਾਰਤੀ ਬੋਰਡ ਦੀ ਸਥਾਪਨਾ ਕੀਤੀ ਗਈ। 1972 ਅਤੇ 2002 ਦੇ ਵਿੱਚ ਬੰਗਾਲੀ ਜੀਵ ਸੁਰੱਖਿਆ ਐਕਟ, ਇਹ ਗਲਤ ਹੈ, ਇਹ ਜੰਗਲੀ ਜੀਵ ਸੁਰੱਖਿਆ ਐਕਟ ਹੈ। ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਦਾ ਪ੍ਰਬੰਧ ਕੀਤਾ ਗਿਆ। ਜੰਗਲੀ ਜੀਵਾਂ ਦੇ ਸ਼ਿਕਾਰ ਦੇ ਉੱਤੇ ਜਿਹੜੀ ਆ ਸਰਕਾਰ ਨੇ ਰੋਕ ਲਗਾਈ ਹੈ। ਤੋ ਪਿਆਰੇ ਬੱਚਿਓ, ਇਹ ਸਾਰਾ ਜੋ ਪਾਠ ਹੈ ਇਹ ਆਪਾਂ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਔਰ ਇਸ ਦੀ ਐਕਸਰਸਾਈਜ਼ ਹੱਲ ਕਰਨ ਦੇ ਵਾਸਤੇ ਅਸੀਂ ਹੁਣ ਅਗਲੀ ਸਲਾਈਡ ਵੱਲ ਚੱਲਦੇ ਹਾਂ।